ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਰਾਹੀਂ ਅਕਸਰ ਅਸੀਂ ਤੁਹਾਡੀ ਮੁਲਾਕਾਤ ਖੇਤੀ ਮਾਹਿਰਾਂ ਦੇ ਨਾਲ ਕਰਵਾਉਂਦੇ ਹਾਂ ਔਰ ਖੇਤੀ ਮਾਹਿਰਾਂ ਦੇ ਵੱਲੋਂ ਖੇਤੀ ਨਾਲ ਜੁੜੀਆਂ ਸਕੀਮਾਂ, ਤਕਨੀਕਾਂ ਔਰ ਸਿਫਾਰਸ਼ਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ। ਜੇ ਅੱਜ ਅਸੀਂ ਖੇਤੀ ਵਿਭਿੰਨਤਾ ਦੀ ਗੱਲ ਕਰਦੇ ਹਾਂ, ਖੇਤੀ ਵਿਭਿੰਨਤਾ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰੇ ਵਿਕਲਪ ਨੇ। ਉਹਨਾਂ ਵਿਕਲਪਾਂ ਦੇ ਵਿੱਚ ਇੱਕ ਹੈ ਪਤਝੜ ਰੁੱਤ ਦਾ ਕਮਾਦ। ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਵੀ ਇਹੀ ਹੈ, ਪਤਝੜ ਰੁੱਤ ਦੇ ਕਮਾਦ ਦੀ ਸਫਲ ਕਾਸ਼ਤ ਅਤੇ ਵਿਭਾਗੀ ਸਹੂਲਤਾਂ। ਔਰ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਅੱਜ ਸਾਡੇ ਦਰਮਿਆਨ ਮਾਹਿਰ ਪਹੁੰਚੇ ਨੇ। ਡਾਕਟਰ ਬਲਵੀਰ ਚੰਦ ਜੀ ਸਹਾਇਕ ਗੰਨਾ ਵਿਕਾਸ ਅਫਸਰ ਜ਼ਿਲ੍ਹਾ ਜਲੰਧਰ ਦੇ ਵਿੱਚ ਸੇਵਾ ਨਿਭਾ ਰਹੇ ਨੇ। ਡਾਕਟਰ ਸਾਹਿਬ, ਅੱਜ ਆਪਾਂ ਗੱਲ ਕਰ ਰਹੇ ਹਾਂ ਪਤਝੜ ਰੁੱਤ ਦੇ ਕਮਾਦ ਦੀ। ਆਮ ਆਪਣੇ ਕੋਲ ਬਹੁਤ ਸਾਰੇ ਹੋਰ ਵਿਕਲਪ ਨੇ, ਬਹੁਤ ਸਾਰੇ ਹੱਲ ਨੇ। ਇਹ ਜਿਹੜਾ ਪਤਝੜ ਰੁੱਤ ਦਾ ਕਮਾਦ ਆ, ਇਹਦੀ ਕਾਸ਼ਤ ਕਿਉਂ ਕਰਨੀ ਚਾਹੀਦੀ ਆ ਔਰ ਇਸ ਦੇ ਵਾਸਤੇ ਸਾਡੇ ਕੋਲ ਕੀ ਜਿਹੜਾ ਆ ਢੁਕਵਾਂ ਸਮਾਂ ਆ? ਫਸਲੀ ਵਿਭਿੰਨਤਾ ਵਾਸਤੇ ਜਿਹੜੀ ਗੰਨੇ ਦੀ ਕਾਸ਼ਤ ਹੈ ਬੜੀ ਢੁਕਵੀਂ ਆ। ਪਤਝੜ ਰੁੱਤ ਦੀ ਜਿਹੜੀ ਕਾਸ਼ਤ ਆ, ਜਿਹਨੂੰ ਆਪਾਂ ਅੱਸੂ ਕੱਤੇ ਦੀ ਬਿਜਾਈ ਵੀ ਕਹਿ ਦਿੰਦੇ ਆ, ਇਹਦੀ ਜਿਹੜੀ ਬਿਜਾਈ ਹੈਗੀ ਆ ਉਹ 20 ਸਤੰਬਰ ਤੋਂ ਲੈ ਕੇ 20 ਅਕਤੂਬਰ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਆ। ਅਤੇ ਜ਼ਿਆਦਾ ਜਿਹੜੀ ਬਿਜਾਈ ਹੈਗੀ ਆ ਉਹ ਬਹਾਰ ਰੁੱਤ ਦੇ ਵਿੱਚ ਕੀਤੀ ਜਾਂਦੀ ਆ, ਜਿਹਦੀ ਬਿਜਾਈ ਜਿਹੜੀ ਹੈਗੀ ਆ ਅੱਧ ਫਰਵਰੀ ਤੋਂ ਲੈ ਕੇ ਅਖੀਰ ਮਾਰਚ ਤੱਕ ਕੀਤੀ ਜਾਂਦੀ ਆ। ਇਹਦੇ ਵਿੱਚ ਤਕਰੀਬਨ ਜੇ ਆਪਾਂ ਦੇਖੀਏ ਟੋਟਲ ਏਰੀਆ ਲਾਈਏ ਤਾਂ ਆਪਣਾ 30% ਜਿਹੜਾ ਏਰੀਆ ਹੈਗਾ ਉਹ ਪਤਝੜ ਰੁੱਤ ਦੇ ਵਿੱਚ ਬਿਜਾਈ ਹੁੰਦੀ ਆ। ਅਤੇ ਇਹ ਪਤਝੜ ਰੁੱਤ ਦੇ ਵਿੱਚ ਬਿਜਾਈ ਜਿਹੜੀ ਹੈਗੀ ਆ ਸਾਨੂੰ ਸਮੇਂ ਸਿਰ ਕਰ ਦੇਣੀ ਚਾਹੀਦੀ ਆ, ਲੇਟ ਨਹੀਂ ਕਰਨੀ ਚਾਹੀਦੀ। ਡਾਕਟਰ ਸਾਹਿਬ, ਇਹ ਤੁਸੀਂ ਦੱਸੀ ਆ ਵੀ ਸਮੇਂ ਸਿਰ ਬਿਜਾਈ ਕਰ ਦੇਣੀ ਚਾਹੀਦੀ ਆ। ਸਵਾਲ ਇਹ ਆ ਵੀ ਸਮੇਂ ਸਿਰ ਬਿਜਾਈ ਅਸੀਂ ਕਰਨੀ ਆ, ਉਹਦੇ ਵਾਸਤੇ ਸਾਡੇ ਕੋਲ ਬੀਜ ਸੋਧ ਕਿਸ ਤਰ੍ਹਾਂ ਕਰਨੀ ਆ, ਕਿਸਮਾਂ ਕਿਹੜੀਆਂ ਨੇ ਔਰ ਇਹਦੇ ਵਾਸਤੇ ਅਸੀਂ ਕਿਸ ਤਰ੍ਹਾਂ ਦਾ ਜਿਹੜਾ ਆ ਖੇਤੀ ਪ੍ਰਬੰਧ ਕਰਨਾ? ਜਿਹੜੀ ਅਸੀਂ ਪਤਝੜ ਦੀ ਬਿਜਾਈ ਕਰਦੇ ਹਾਂ, ਗੰਨੇ ਦੀ ਬਿਜਾਈ ਕਰਦੇ ਹਾਂ, ਉਹਦੇ ਵਿੱਚ ਅਸੀਂ ਅਗੇਤੀਆਂ ਜਿਹੜੀਆਂ ਗੰਨੇ ਦੀਆਂ ਕਿਸਮਾਂ ਹੈਗੀਆਂ ਉਹਨਾਂ ਦੀ ਸਿਫਾਰਿਸ਼ ਕਰਦੇ ਹਾਂ, ਕਿਉਂਕਿ ਗੰਨੇ ਦੇ ਵਿੱਚ ਅਗੇਤੀਆਂ ਕਿਸਮਾਂ ਵੀ ਹੈਗੀਆਂ, ਦਰਮਿਆਨੀਆਂ ਅਤੇ ਪਛੇਤੀਆਂ ਕਿਸਮਾਂ ਵੀ ਹੈਗੀਆਂ। ਜਿਹੜੀਆਂ ਅਗੇਤੀਆਂ ਕਿਸਮਾਂ ਹੈਗੀਆਂ ਉਹ ਪਹਿਲਾਂ ਪੱਕ ਜਾਂਦੀਆਂ, ਜਿਹੜੀਆਂ ਦਰਮਿਆਨੀਆਂ ਪਛੇਤੀਆਂ ਕਿਸਮਾਂ ਹੈਗੀਆਂ ਉਹ ਲੇਟ ਪੱਕਦੀਆਂ ਅਗੇਤੀਆਂ ਕਿਸਮਾਂ ਦੇ ਨਾਲੋਂ। ਅਸੀਂ ਕਹਿੰਦੇ ਹਾਂ ਵੀ ਤੁਸੀਂ ਅਗੇਤੀਆਂ ਜਿਹੜੀਆਂ ਕਿਸਮਾਂ ਹੈਗੀਆਂ ਉਹ ਪਤਝੜ ਰੁੱਤ ਦੇ ਵਿੱਚ ਬੀਜੋ, ਕਿਉਂਕਿ ਜੇ ਅਸੀਂ ਦਰਮਿਆਨੀਆਂ ਪਛੇਤੀਆਂ ਕਿਸਮਾਂ ਬੀਜਦੇ ਹਾਂ ਉਹਦੇ ਨਾਲ ਕਾਫੀ ਦੇਰ ਤੱਕ ਸਾਡੀ ਫਸਲ ਜਿਹੜੀ ਹੈਗੀ ਆ ਉਹ ਖੇਤ ਵਿੱਚ ਖੜੀ ਰਹਿੰਦੀ ਆ ਅਤੇ ਸਾਡੇ ਖੇਤ ਜਲਦੀ ਵਿਹਲੇ ਨਹੀਂ ਹੁੰਦੇ। ਇਸ ਕਰਕੇ ਸਾਨੂੰ ਜਿਹੜੀਆਂ ਅਗੇਤੀਆਂ ਕਿਸਮਾਂ ਹੈਗੀਆਂ ਜਿੱਦਾਂ COPV 92 ਆ, CO 118 ਆ, COJ 85 ਆ, COPV 95 ਆ, COPV 96 ਆ, COJ 1502 ਆ। ਇਹ ਸਾਨੂੰ ਜਿਹੜੀਆਂ ਕਿਸਮਾਂ ਹੈਗੀਆਂ ਇਹਨਾਂ ਦੀ ਬਿਜਾਈ, ਜਿਹੜੀਆਂ ਅਗੇਤੀਆਂ ਕਿਸਮਾਂ ਹੈਗੀਆਂ ਇਹਨਾਂ ਦੀ ਬਿਜਾਈ ਕਰਨੀ ਚਾਹੀਦੀ ਆ। ਸੋ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਹਾਂ ਵੀ ਇਹ ਕਿਸਮਾਂ ਦੀ ਬਿਜਾਈ ਕਰਨੀ ਆ, ਬਿਜਾਈ ਦਾ ਸਹੀ ਢੰਗ ਔਰ ਆਪਾਂ ਨੂੰ ਬੀਜ ਸੋਧ ਦੀ ਵੀ ਲੋੜ ਹੈ, ਇਹ ਕਿਸ ਤਰ੍ਹਾਂ ਕਰਨੀ? ਕਈ ਜਿਹੜੀਆਂ ਬਿਮਾਰੀਆਂ ਹੈਗੀਆਂ ਫਸਲ ਨੂੰ ਜਦੋਂ ਲੱਗ ਜਾਂਦੀਆਂ ਤਾਂ ਉਹਨਾਂ ਦੀ ਬਾਅਦ ਵਿੱਚ ਰੋਕਥਾਮ ਨਹੀਂ ਹੁੰਦੀ। ਇਸ ਕਰਕੇ ਜਿਹੜੀ ਸੀਡ ਟਰੀਟਮੈਂਟ ਆ ਉਹ ਬੜੀ ਜ਼ਰੂਰੀ ਆ। ਸਾਨੂੰ ਬੀਜ ਦੀ ਸੋਧ ਬਿਜਾਈ ਵੇਲੇ ਹੀ ਕਰ ਲੈਣੀ ਚਾਹੀਦੀ ਆ। ਬੀਜ ਦੀ ਸੋਧ ਵਾਸਤੇ ਅਸੀਂ 25 ml ਜਿਹੜੀ ਈਥਰਲ ਦਵਾਈ ਦੀ 100 ਲੀਟਰ ਪਾਣੀ 'ਚ ਪਾ ਕੇ 1 ਏਕੜ ਵਾਸਤੇ ਸਿਫਾਰਿਸ਼ ਕਰਦੇ ਹਾਂ। ਉਹਦੇ ਵਾਸਤੇ ਜਿਹੜੇ ਗੰਨੇ ਦੇ ਬਰੋਟੇ ਹੈਗੇ ਆ ਉਹ ਸਾਨੂੰ ਸਾਰੀ ਰਾਤ ਡੁਬੋ ਕੇ ਰੱਖਣੇ ਚਾਹੀਦੇ ਆ ਅਤੇ ਸਵੇਰੇ ਜਿਹੜੀ ਹੈਗੀ ਆ ਉਹ ਗੰਨੇ ਦੀ ਬਿਜਾਈ ਕਰ ਦੇਣੀ ਚਾਹੀਦੀ ਆ। ਸਵੇਰੇ ਆਪਾਂ ਗੰਨੇ ਦੀ ਬਿਜਾਈ ਜਿਹੜੀ ਕਰ ਦੇਣੀ। ਡਾਕਟਰ ਸਾਹਿਬ, ਅੱਜ ਦੇ ਸਮੇਂ ਦੇ ਵਿੱਚ ਜਿੱਥੇ ਮਸ਼ੀਨੀਕਰਨ ਦਾ ਯੁੱਗ ਆ ਔਰ ਲੇਬਰ ਦੀ ਘਾਟ ਵੀ ਹੈ, ਖਰਚਿਆਂ ਦੀ ਵੀ ਆਪਾਂ ਗੱਲ ਕਰੀਏ ਖੇਤੀ ਵਿੱਚ, ਹਰ ਕੋਈ ਜ਼ਿਮੀਂਦਾਰ ਇਹ ਚਾਹੁੰਦਾ ਕਿ ਖੇਤੀ ਦੇ ਖਰਚੇ ਘਟਣ। ਮਸ਼ੀਨੀਕਰਨ ਦਾ ਸਮਾਂ ਆ। ਹੁਣ ਆਪਾਂ ਜਦੋਂ ਬਿਜਾਈ ਕਰਨੀ ਆ, ਮਸ਼ੀਨੀਕਰਨ ਆਪਣਾ ਜਿਹੜਾ ਆ ਉਹ ਕਿੰਨਾ ਕੁ ਆ ਔਰ ਕਿੰਨੀ ਕੁ ਮਸ਼ੀਨਰੀ ਆਪਾਂ ਨੂੰ ਯੂਜ਼ ਕਰਨੀ ਪੈਂਦੀ ਆ? ਦੇਖੋ ਲਪਿੰਦਰ ਜੀ, ਇਹਦੇ ਵਿੱਚ ਜਿਹੜੀ ਮਸ਼ੀਨਰੀ ਕਰਨੇ ਆ, ਜਿੱਦਾਂ ਆਪਾਂ ਬਿਜਾਈ ਦੀ ਜੇ ਗੱਲ ਕਰੀਏ, ਆਪਾਂ ਸ਼ੂਗਰ ਕੇਨ ਕਟਰ ਪਲਾਂਟਰ ਦੇ ਨਾਲ ਜਿਹੜੀ ਬਿਜਾਈ ਕਰ ਸਕਦੇ ਆ, ਉਹਦੇ ਵਿੱਚ ਆਪਣੀ ਲੇਬਰ ਦੀ ਬਚਤ ਹੁੰਦੀ ਆ। ਅਤੇ ਜੇ ਅਸੀਂ ਸ਼ੂਗਰ ਕੇਨ ਕਟਰ ਪਲਾਂਟਰ ਦੇ ਨਾਲ ਬਿਜਾਈ ਕਰਦੇ ਹਾਂ ਅਤੇ ਅਸੀਂ ਜਿਹੜੇ 2-3 ਖੇਤ ਹੈਗੇ ਆ ਇੱਕ ਦਿਹਾੜੀ ਵਿੱਚ ਲਾ ਸਕਦੇ ਹਾਂ। ਬਾਕੀ ਇੱਕ ਹੋਰ ਗੱਲ ਹੈ, ਇਹਦੇ ਵਿੱਚ ਸਾਨੂੰ ਦੋਹਰੀ ਕਤਾਰ ਜਿਹੜੀ ਵਿਧੀ ਹੈਗੀ ਆ ਗੰਨੇ ਦੀ ਬਿਜਾਈ ਵਾਸਤੇ, ਉਹਦੇ ਵਿੱਚ ਵੀ ਲਪਿੰਦਰ ਕੁਮਾਰ ਜੀ ਜਿਹੜਾ ਆਪਾਂ ਨੂੰ ਹੈਗਾ ਸ਼ੂਗਰ ਕੇਨ ਹਾਰਵੈਸਟਰ ਦੇ ਨਾਲ ਆਪਾਂ ਕਟਾਈ ਕਰ ਸਕਦੇ ਹਾਂ। ਜਿਹੜੀ 2 ਕਤਾਰੀ ਖਾਲੀ ਵਿਧੀ ਆ ਗੰਨੇ ਦੀ, ਉਹਦੇ ਵਿੱਚ 2 ਸਿਆੜ ਜਿਹੜੇ ਹੈਗੇ ਆ ਗੰਨੇ ਦੇ ਖਾਲੀ ਵਿੱਚ ਲਾਈ ਜਾਂਦੇ ਆ। ਖਾਲੀ ਤੋਂ ਖਾਲੀ ਦਾ ਜਿਹੜਾ ਫਾਸਲਾ ਹੈਗਾ ਉਹ 90 ਸੈਂਟੀਮੀਟਰ ਤੋਂ ਲੈ ਕੇ 120 ਸੈਂਟੀਮੀਟਰ ਰੱਖਿਆ ਜਾਂਦਾ। ਜਿਹੜਾ ਇੰਨਾ ਆਪਾਂ ਫਾਸਲਾ ਰੱਖਦੇ ਹਾਂ ਉਹਦੇ ਵਿੱਚ ਨਦੀਨਾਂ ਦੀ ਰੋਕਥਾਮ ਬੜੀ ਸੁਚੱਜੇ ਢੰਗ ਨਾਲ ਹੋ ਸਕਦੀ ਆ। ਕੀੜੇ ਮਾਰ ਦਵਾਈਆਂ ਦੀ ਜਿਹੜੀ ਵਰਤੋਂ ਆ ਉਹ ਵੀ ਆਪਾਂ ਸੁਚੱਜੇ ਢੰਗ ਨਾਲ ਕਰ ਸਕਦੇ ਹਾਂ ਅਤੇ ਪਾਣੀ ਦੀ ਵੀ ਜਿਹੜੀ ਬੱਚਤ ਹੈਗੀ ਆ ਉਹ ਹੁੰਦੀ ਆ।
ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਆਪਾਂ ਪਲਾਂਟਰ ਦੇ ਨਾਲ ਬਿਜਾਈ ਕਰ ਸਕਦੇ ਹਾਂ। ਇਹ ਮਸ਼ੀਨਾਂ ਆਮ ਲੋਕਲ ਅਵੇਲੇਬਲ ਹੋ ਜਾਂਦੀਆਂ, ਛੇਤੀ ਮਿਲ ਜਾਂਦੀਆਂ ਆਪਾਂ ਨੂੰ? ਇਹ ਮਸ਼ੀਨਾਂ ਜਿਹੜੀਆਂ ਹੈਗੀਆਂ, ਜਿਹੜੇ ਖੰਡ ਮਿੱਲਾਂ ਹੈਗੀਆਂ, ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਲਓ। ਉਹਨਾਂ ਦੇ ਕੋਲ ਜਿਹੜੀਆਂ ਹੈਗੀਆਂ ਸ਼ੂਗਰ ਕੇਨ ਕੰਟਰ ਪਲਾਂਟਰ ਜਿਹੜੇ ਹੈਗੇ ਆ, ਉਹਨਾਂ ਦੇ ਕੋਲੋਂ ਤੁਸੀਂ ਇਹ ਸਹੂਲਤ ਜਿਹੜੀ ਹੈਗੀ ਆ ਲੈ ਸਕਦੇ ਆ। ਖੰਡ ਮਿੱਲਾਂ ਦੇ ਨਾਲ ਸੰਪਰਕ ਕਰਕੇ, ਜਾਂ ਆਪਣੇ ਸੁਸਾਇਟੀਆਂ ਦੇ ਵਿੱਚ ਵੀ ਇਹ ਪਲਾਂਟਰ ਅਵੇਲੇਬਲ ਨੇ? ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਹੈਗੀਆਂ, ਉਹਨਾਂ ਨੇ ਵੀ ਕਈਆਂ ਨੇ ਲਏ ਹੋਏ ਆ, ਅਤੇ ਕੋਆਪਰੇਟਿਵ ਜਿਹੜੀਆਂ ਸਹਿਕਾਰੀ ਸੁਸਾਇਟੀਆਂ ਹੈਗੀਆਂ, ਉਹਨਾਂ ਦੇ ਨਾਲ ਵੀ ਤੁਸੀਂ ਕੰਟੈਕਟ ਕਰਕੇ, ਤਾਲਮੇਲ ਕਰਕੇ ਜਿਹੜੇ ਸ਼ੂਗਰ ਕੇਨ ਕਟਰ ਪਲਾਂਟਰ ਆ ਉਹਦੇ ਨਾਲ ਬਿਜਾਈ ਕਰ ਸਕਦੇ ਆ। ਸੋ ਡਾਕਟਰ ਸਾਹਿਬ, ਹੁਣ ਆਪਣਾ ਬਿਜਾਈ ਤੋਂ ਬਾਅਦ ਗੱਲ ਆਉਂਦੀ ਆ ਵੀ ਨਦੀਨਾਂ ਦੀ ਔਰ ਖਾਦ ਦੀ। ਖਾਦ ਦਾ ਪ੍ਰਬੰਧ ਆਪਾਂ ਕਿੰਨਾ ਕੁ ਕਰਨਾ, ਕਿੰਨੀਆਂ ਕੁ ਖਾਦਾਂ ਦੀ ਮਾਤਰਾ ਰੱਖਣੀ ਆ, ਤਾਂ ਕਿ ਜਿਹੜੇ ਫਸਲ ਨੂੰ ਲੋੜੀਂਦੇ ਤੱਤ ਵੀ ਮਿਲਣ ਔਰ ਆਪਣਾ ਜਿਹੜਾ ਖਰਚਾ ਵੀ ਘਟੇ? ਖਾਦਾਂ ਬੜੀਆਂ ਜ਼ਰੂਰੀ ਆ ਜੀ। ਸਾਨੂੰ ਜਿਹੜੀਆਂ ਸਿਫਾਰਿਸ਼ ਕੀਤੀਆਂ ਖਾਦ ਉਹੀ ਪਾਉਣੀ ਚਾਹੀਦੀ ਆ। ਜਿਹੜਾ ਪੱਤਝੜ ਰੁੱਤ ਦਾ ਕਮਾਦ ਆ, ਉਹਦੇ ਵਿੱਚ ਅਸੀਂ 195 ਕਿਲੋ ਯੂਰੀਆ ਦੀ ਸਿਫਾਰਿਸ਼ ਕਰਦੇ ਹਾਂ। ਜਿਹੜਾ 195 ਕਿਲੋ ਅਸੀਂ ਯੂਰੀਆ ਪਾਉਣਾ, ਉਹ ਇੱਕ ਕਿਸ਼ਤ ਜਿਹੜੀ ਹੈਗੀ ਆ ਬਿਜਾਈ ਵੇਲੇ ਪਾਉਣੀ ਆ, ਦੂਜੀ ਜਿਹੜੀ ਕਿਸ਼ਤ ਹੈਗੀ ਆ ਮਾਰਚ ਵਿੱਚ ਪਾਉਣੀ ਆ, ਤੀਜੀ ਜਿਹੜੀ ਕਿਸ਼ਤ ਹੈਗੀ ਆ ਉਹ ਸਾਨੂੰ ਅਪ੍ਰੈਲ ਮਈ ਵਿੱਚ ਪਾਉਣੀ ਚਾਹੀਦੀ ਆ। ਜ਼ਿਆਦਾ ਮਾਤਰਾ ਸਾਨੂੰ ਖਾਦ ਨਹੀਂ ਪਾਉਣੀ ਚਾਹੀਦੀ। ਜਿਹੜੀ ਫਾਸਫੋਰਸ ਦੀ, ਜੇ ਤੁਹਾਨੂੰ ਲੱਗਦਾ ਕਿ ਫਾਸਫੋਰਸ ਦੀ ਕਮੀ ਹੈਗੀ ਆ, ਉਹ ਸਾਨੂੰ ਮਿੱਟੀ ਪਰਖ ਆਧਾਰ 'ਤੇ, ਪੋਟਾਸ਼ ਦੀ ਵੀ ਜਿਹੜੀ ਵਰਤੋਂ ਹੈਗੀ ਆ ਉਹ ਵੀ ਸਾਨੂੰ ਮਿੱਟੀ ਪਰਖ ਆਧਾਰ 'ਤੇ ਹੀ ਕਰਨੀ ਚਾਹੀਦੀ ਆ। ਮਿੱਟੀ ਪਰਖ ਇੱਕ ਜਿਹੜਾ ਅਹਿਮ ਪਹਿਲੂ ਆ ਕਿ ਜਦੋਂ ਆਪਾਂ ਕੋਈ ਵੀ ਖਾਦ ਪਾਉਣੀ ਆ, ਮਿੱਟੀ ਦੀ ਪਰਖ ਜਦੋਂ ਸਾਡੀ ਸਹੀ ਹੋਏਗੀ, ਸਹੀ ਰਿਪੋਰਟ ਆਏਗੀ, ਉਹਦੇ ਹਿਸਾਬ ਦੇ ਨਾਲ ਹੀ ਅਸੀਂ ਫਿਰ ਜਿਹੜੀ ਖਾਦ ਦੀ ਮਾਤਰਾ ਜਿਹੜੀ ਉਹ ਨਿਸ਼ਚਿਤ ਕਰਨੀ ਆ। ਹਾਂ, ਜੇ ਸਾਡੇ ਤੁਹਾਨੂੰ ਲੱਗਦਾ ਕਿ ਤੁਹਾਡੇ ਫਾਸਫੋਰਸ ਦੀ ਕਮੀ ਹੈਗੀ ਆ ਖੇਤ ਦੇ ਵਿੱਚ, ਜਾਂ ਪੋਟਾਸ਼ ਦੀ ਕਮੀ ਹੈਗੀ ਆ, ਉਹ ਮਿੱਟੀ ਪਰਖ ਆਧਾਰ 'ਤੇ ਜਿੰਨੀ ਕਮੀ ਹੈਗੀ ਆ ਉਹਦੇ ਹਿਸਾਬ ਨਾਲ ਤੁਸੀਂ ਯਾਨੀ ਕਿ ਉਹ ਕਮਾਦ ਨੂੰ ਜਿਹੜੀ ਹੈਗੀ ਆ DAP ਅਤੇ ਪੋਟਾਸ਼ ਖਾਦ ਪਾਉਣੀ ਆ। ਸੋ ਡਾਕਟਰ ਸਾਹਿਬ, ਖਾਦਾਂ ਤੋਂ ਬਾਅਦ ਜਿਹੜਾ ਜਦੋਂ ਵੀ ਹੁਣ ਫਸਲ ਆਪਣੀ ਤਿਆਰ ਹੋਣੀ ਆ, ਨਦੀਨਾਂ ਨੇ ਵੀ ਜਿਹੜਾ ਆਉਣਾ, ਨਦੀਨਾਂ ਦੀ ਰੋਕਥਾਮ ਆਪਾਂ ਕਮਾਦ ਦੇ ਵਿੱਚ ਕਿਸ ਤਰ੍ਹਾਂ ਕਰਨੀ ਆ? ਨਦੀਨਾਂ ਦੀ ਰੋਕਥਾਮ ਸਮੇਂ ਸਿਰ ਕਰਨੀ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਜੇ ਅਸੀਂ ਸਮੇਂ ਸਿਰ ਇਹਨਾਂ ਦੀ ਰੋਕਥਾਮ ਨਹੀਂ ਕਰਦੇ ਤਾਂ ਇਹ ਕੀੜੇ ਮਕੌੜੇ ਅਤੇ ਬਿਮਾਰੀਆਂ ਨਾਲੋਂ ਵੀ ਜ਼ਿਆਦਾ ਨੁਕਸਾਨ ਕਰ ਦਿੰਦੇ ਆ। ਉਹਦੇ ਵਾਸਤੇ ਅਸੀਂ ਕਹਿੰਦੇ ਆ ਵੀ ਜਿਹੜੀ 2,4 ਦੀ ਆਪਣੇ ਐਟਰਾਜਿਨ ਦਵਾਈ ਆ, 800 ਗ੍ਰਾਮ ਦਵਾਈ ਆ, 200 ਲੀਟਰ ਪਾਣੀ 'ਚ ਪਾ ਕੇ ਨਦੀਨ ਜੰਮਣ ਤੋਂ ਪਹਿਲਾਂ ਸਾਨੂੰ ਸਪਰੇਅ ਕਰਨੀ ਚਾਹੀਦੀ ਆ, ਅਤੇ ਉਹਦੇ ਨਾਲ ਜਿਹੜੇ ਮੌਸਮੀ ਨਦੀਨ ਆ ਉਹ ਸਾਰੇ ਖਤਮ ਹੋ ਜਾਂਦੇ ਆ। ਅਤੇ ਇੱਥੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਚਾਹੀਦਾ, ਸਾਨੂੰ ਜਦੋਂ ਵੀ ਅਸੀਂ ਸਪਰੇਅ ਕਰਨੀ ਆ, ਸਾਨੂੰ ਜਿਹੜੀ ਫਲੱਡ ਜੈਟ ਨੋਜ਼ਲ ਆ ਉਹਦੀ ਵਰਤੋਂ ਕਰਨੀ ਚਾਹੀਦੀ ਆ। ਕੋਨ ਟੈਪ ਨੋਜ਼ਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਬਹੁਤ ਸਾਰੇ ਕਿਸਾਨ ਭਰਾ ਕੋਨ ਟੈਪ ਨੋਜ਼ਲ ਦੀ ਵਰਤੋਂ ਕਰਦੇ ਆ, ਉਹਦੇ ਨਾਲ ਜਿਹੜੀ ਸਪਰੇਅ ਹੈਗੀ ਆ ਉਹ ਇਕਸਾਰ ਨਹੀਂ ਹੁੰਦੀ। ਇਸ ਕਰਕੇ ਸਾਨੂੰ ਜਦੋਂ ਵੀ ਅਸੀਂ ਨਦੀਨਨਾਸ਼ਕ ਦਵਾਈਆਂ ਦੀ ਸਪਰੇਅ ਕਰਨੀ ਆ, ਸਾਨੂੰ ਫਲੱਡ ਜੈਟ ਵਾਲੀ ਆਪਣੇ ਨੋਜ਼ਲ ਵਰਤਣੀ ਚਾਹੀਦੀ ਆ ਜੀ। ਸੋ ਡਾਕਟਰ ਸਾਹਿਬ, ਕਿੰਨੀ ਤਰ੍ਹਾਂ ਦੇ ਨਦੀਨ ਜਿਹੜੇ ਆ ਕਮਾਦ ਦੇ ਵਿੱਚ ਹੋ ਸਕਦੇ, ਔਰ ਕੀ ਕਿਸਾਨ ਮੌਕੇ 'ਤੇ ਉਹਨਾਂ ਦੀ ਪਛਾਣ ਕਰ ਸਕਦਾ? ਹਾਂ, ਨਦੀਨ ਵਿੱਚ ਡੀਲਾ ਆ ਜਾਂਦਾ ਜੀ ਉਹਦੇ ਵਿੱਚ, ਅਤੇ ਜਿਹੜੇ ਚੌੜੇ ਪੱਤਿਆਂ ਵਾਲੇ ਨਦੀਨ ਆ ਜਾਂਦੇ ਆ। ਡੀਲੇ ਦੀ ਵੀ ਪਛਾਣ ਕਰਨੀ ਯਾਨੀ ਕਿ ਬੜੀ ਸੌਖੀ ਆ। ਜਿਹੜਾ ਡੀਲੇ ਦੀ ਹੈਗੀ ਆ, ਇਹ ਤਾਂ ਮੈਂ ਜਿਹੜੀ ਆਪਣੇ ਐਟਰਾਜਿਨ ਦੀ ਗੱਲ ਕੀਤੀ ਆ, ਇਹ ਤਾਂ ਦੱਸਿਆ ਵੀ ਨਦੀਨ ਜੰਮਣ ਤੋਂ ਪਹਿਲਾਂ। ਕਈ ਵਾਰ ਜਦੋਂ ਆਪਣਾ ਕਮਾਦ ਉਖੜਦਾ, ਉਹਦੇ ਵਿੱਚ ਡੀਲੇ ਦੀ ਪ੍ਰੋਬਲਮ ਆ ਜਾਂਦੀ ਆ। ਇੱਕ ਪੱਤਾ ਲਪੇਟ ਆ ਬੇਲ, ਉਹਦੀ ਯਾਨੀ ਕਿ ਪ੍ਰੋਬਲਮ ਆ ਜਾਂਦੀ ਆ। ਉਹਦੇ ਲਈ ਅਸੀਂ 2,4 ਦੀ ਸੋਡੀਅਮ ਸਾਲਟ ਦੀ ਸਿਫਾਰਿਸ਼ ਕਰਦੇ ਹਾਂ। ਉਹ 800 ਗ੍ਰਾਮ 200 ਲੀਟਰ ਪਾਣੀ 'ਚ ਘੋਲ ਕੇ ਉਹਦੀ ਸਪਰੇਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਆ। ਡਾਕਟਰ ਸਾਹਿਬ, ਮੇਰੇ ਦਿਮਾਗ 'ਚ ਇਹ ਸਵਾਲ ਆ ਰਿਹਾ ਸੀ ਵੀ ਅੱਜ ਸਮਾਂ ਆ, ਸੰਘਣੀ ਖੇਤੀ ਹੋ ਰਹੀ ਆ, ਹਰ ਕੋਈ ਚਾਹੁੰਦਾ ਕਿ ਮੈਨੂੰ ਖੇਤੀ ਵਿੱਚ ਘੱਟ ਖਰਚੇ ਕਰਕੇ ਜ਼ਿਆਦਾ ਪੈਦਾਵਾਰ ਹੋਵੇ, ਜ਼ਿਆਦਾ ਆਮਦਨ ਹੋਵੇ। ਕਮਾਦ ਦੇ ਖੇਤ ਵਿੱਚ ਇੰਟਰ ਕ੍ਰੋਪਿੰਗ ਦੀ ਵੀ ਜਿਹੜੀ ਆ ਰਵਾਇਤ ਹੈ ਕਿ ਇੰਟਰ ਕ੍ਰੋਪਿੰਗ ਵੀ ਕਰਦੇ ਆ, ਕਤਾਰ ਜਿਹੜੀਆਂ ਫਸਲਾਂ ਵਿੱਚ ਉਹ ਬੀਜਦੇ ਆ। ਕਮਾਦ ਦੇ ਵਿੱਚ ਕਿਹੜੀਆਂ ਹੋਰ ਅੰਤਰ ਫਸਲਾਂ ਆਪਾਂ ਬੀਜ ਸਕਦੇ ਹਾਂ, ਔਰ ਉਹਨਾਂ ਦਾ ਕਿੰਨਾ ਕੁ ਪ੍ਰਬੰਧ ਆਪਾਂ ਨੂੰ ਕਰਨਾ ਪਏਗਾ? ਅੰਤਰ ਫਸਲਾਂ ਦੀ ਬਿਜਾਈ ਦੇ ਨਾਲ ਸਾਡੀ ਜਿਹੜੀ ਆਰਥਿਕ ਪੱਧਰ ਆ ਉਹ ਉੱਚਾ ਹੁੰਦਾ, ਸਾਨੂੰ ਵਾਧੂ ਜਿਹੜੀ ਇਨਕਮ ਉਹ ਹੋ ਜਾਂਦੀ ਆ। ਜਿਹੜਾ ਪੱਤਝੜ ਰੁੱਤ ਦਾ ਕਮਾਦ ਆ, ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਅੰਤਰ ਫਸਲਾਂ ਦੀ ਬਿਜਾਈ ਕਰ ਸਕਦੇ ਹਾਂ। ਇਹਦੇ ਵਿੱਚ ਅਸੀਂ ਗੋਭੀ ਸਰੋਂ ਲਾ ਸਕਦੇ ਹਾਂ, ਇਹਦੇ ਵਿੱਚ ਅਸੀਂ ਕਣਕ ਵੀ ਲਾ ਸਕਦੇ ਹਾਂ, ਮਟਰ ਲਾ ਸਕਦੇ ਹਾਂ, ਆਲੂ ਲਾ ਸਕਦੇ ਹਾਂ, ਛੋਲੇ ਲਾ ਸਕਦੇ ਹਾਂ, ਲਸਣ ਲਾ ਸਕਦੇ ਹਾਂ। ਅਤੇ ਇਹ ਜਿਹੜੀਆਂ ਕਿਸਮਾਂ ਹੈਗੀਆਂ, ਇਹ ਜਿਹੜੀਆਂ ਫਸਲਾਂ ਹੈਗੀਆਂ, ਅਸੀਂ ਕਮਾਦ ਦੇ ਵਿੱਚ ਅੰਤਰ ਫਸਲ ਤੌਰ 'ਤੇ ਬੀਜ ਸਕਦੇ ਹਾਂ। ਡਾਕਟਰ ਸਾਹਿਬ, ਇਹ ਕਿੰਨੇ ਸਮੇਂ ਤੱਕ ਕੋਈ ਪੌਦਿਆਂ ਦੀ ਜਿਹੜੀ ਕਮਾਦ ਦੇ ਦੀ ਜਿਹੜੀ ਹਾਈਟ ਆ ਜਾਂ ਜਿਹੜੀ ਉਚਾਈ ਆ, ਉਹਦੇ ਦਰਮਿਆਨ ਕਿੰਨਾ ਕਿਹਦੇ ਮਤਲਬ ਕਿਸ ਸਮੇਂ ਤੱਕ ਆਪਾਂ ਬੀਜ ਸਕਦੇ ਹਾਂ? ਅਸੀਂ ਕਹਿੰਦੇ ਹਾਂ ਵੀ ਜਿਹੜੀ ਅੰਤਰ ਫਸਲ ਹੈਗੀ ਆ ਨਾ,
ਉਹਦੀ ਕਟਾਈ ਜਿਹੜੀ ਹੈਗੀ ਆ ਤਕਰੀਬਨ ਜਿਹੜੀਆਂ ਆਪਾਂ ਪੱਤਝੜ ਰੁੱਤ ਦੇ ਵਿੱਚ ਯਾਨੀ ਕਿ ਅੰਤਰ ਫਸਲਾਂ ਬੀਜਣੀਆਂ ਹੈਗੀਆਂ ਉਹਨਾਂ ਦੀ ਜਿਹੜੀ ਕਟਾਈ ਹੈਗੀ ਆ ਉਹ ਮਾਰਚ ਅਪ੍ਰੈਲ ਵਿੱਚ ਹੋ ਜਾਂਦੀ ਆ। ਉਦੋਂ ਗੰਨੇ ਦਾ ਇੰਨਾ ਝਾੜ ਨਹੀਂ ਹੁੰਦਾ। ਜਿਹੜਾ ਗੰਨੇ ਦਾ ਲਪਿੰਦਰ ਜੀ ਝਾੜ ਆ ਉਹ ਜਾ ਕੇ ਮਈ ਜੂਨ ਦੇ ਵਿੱਚ ਹੁੰਦਾ। ਜਦੋਂ ਗੰਨਾ ਝਾੜ ਕਰਦਾ ਉਦੋਂ ਅੰਤਰ ਫਸਲ ਜਿਹੜੀ ਹੈਗੀ ਆ ਉਹ ਜ਼ਿਆਦਾ ਨਹੀਂ ਹੋਣੀ ਚਾਹੀਦੀ, ਕਿਉਂਕਿ ਨਹੀਂ ਤਾਂ ਉਹ ਝਾੜ ਨੂੰ ਪ੍ਰਭਾਵਿਤ ਕਰਦੀ ਹੈ। ਕਿਉਂਕਿ ਜਿਹੜਾ ਸਾਡਾ ਗੰਨਾ ਨਾ, ਗੰਨੇ ਦੀਆਂ ਵੱਖ-ਵੱਖ ਸਟੇਜਾਂ, ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹੁੰਦਾ। ਗੰਨੇ ਦਾ ਜਦੋਂ ਜੰਮ ਹੁੰਦਾ ਨਾ, ਅਸੀਂ ਕਹਿੰਦੇ ਹਾਂ ਵੀ ਉਦੋਂ ਟੈਂਪਰੇਚਰ ਨਾ ਜ਼ਿਆਦਾ ਹਾਈ ਹੋਵੇ ਨਾ ਜ਼ਿਆਦਾ ਠੰਡਾ ਹੋਵੇ, ਠੀਕ ਹੈ ਜੀ। ਜਦੋਂ ਟਿਲਰਿੰਗ ਗੰਨੇ ਦੀ ਹੁੰਦੀ ਆ, ਜਦੋਂ ਗੰਨਾ ਝਾੜ ਕਰਦਾ ਉਦੋਂ ਹਾਈ ਟੈਂਪਰੇਚਰ ਹੋਣਾ ਚਾਹੀਦਾ ਅਤੇ ਹਵਾ ਦੇ ਵਿੱਚ ਸੈੱਲ ਨਹੀਂ ਹੋਣੀ ਚਾਹੀਦੀ। ਜਦੋਂ ਗੰਨੇ ਦਾ ਵਾਧਾ ਹੁੰਦਾ ਉਦੋਂ ਅਸੀਂ ਕਹਿੰਦੇ ਹਾਈ ਟੈਂਪਰੇਚਰ ਵੀ ਹੋਣਾ ਚਾਹੀਦਾ ਔਰ ਹਵਾ ਸੈੱਲ ਵੀ ਪੂਰੀ ਹੋਣੀ ਚਾਹੀਦੀ ਆ। ਜਦੋਂ ਗੰਨੇ ਦੀ ਕਟਾਈ ਕਰਦੇ ਆ ਉਦੋਂ ਅਸੀਂ ਕਹਿੰਦੇ ਆ ਬਈ ਟੈਂਪਰੇਚਰ ਠੰਡਾ ਹੋਣਾ ਚਾਹੀਦਾ ਅਤੇ ਹਵਾ 'ਚ ਜ਼ਿਆਦਾ ਸੈੱਲ ਨਹੀਂ ਹੋਣੀ ਚਾਹੀਦੀ। ਇਹ ਤਾਂ ਹੀ ਸਾਰਾ ਠੀਕ ਹੋ ਸਕਦਾ ਜੇ ਅਸੀਂ ਗੰਨੇ ਦੀ ਬਿਜਾਈ ਸਮੇਂ ਸਿਰ ਕੀਤੀ ਹੋਵੇ। ਕਿਉਂਕਿ ਮੈਂ ਲਪਿੰਦਰ ਜੀ ਦੇਖਿਆ ਜਿੱਥੇ ਅਸੀਂ ਗੰਨੇ ਦੀ ਬਿਜਾਈ ਲੇਟ ਕਰਦੇ ਹਾਂ ਉੱਥੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਵੀ ਵੱਧ ਹਮਲਾ ਹੁੰਦਾ। ਕੀੜੇ ਮਕੌੜੇ ਬਿਮਾਰੀਆਂ ਦਾ ਵੱਧ ਹਮਲਾ ਕਿਉਂ ਹੁੰਦਾ? ਕਿਉਂਕਿ ਅਸੀਂ ਜਿਹੜਾ ਬੀਜ ਆ ਨਾ ਉਹ ਵੀ ਕਈ ਵਾਰ ਇਹੋ ਜਿਹੀ ਫਸਲ ਦੇ ਵਿੱਚੋਂ ਨਹੀਂ ਲੈਂਦੇ ਜਿਹੜੀ ਯਾਨੀ ਕਿ ਫਸਲ ਸਾਡੇ ਕੀੜੇ ਮਕੌੜਿਆਂ ਤੋਂ ਰਹਿਤ ਹੋਵੇ। ਸਾਨੂੰ ਹਮੇਸ਼ਾ ਹੀ ਵਾਸਤੇ ਕਿਸਾਨ ਵੀਰਾਂ ਨੂੰ ਜਿਹੜਾ ਬੀਜ ਆ ਉਹ ਬੀਜੜ ਫਸਲ ਵਿੱਚੋਂ ਲੈਣਾ ਚਾਹੀਦਾ, ਕਿਉਂਕਿ ਜਿਹੜੀ ਮੋਢੀ ਫਸਲ ਆ ਉਹਦੇ ਵਿੱਚ ਕੀੜੇ ਮਕੌੜੇ ਬਿਮਾਰੀਆਂ ਦਾ ਵੱਧ ਹਮਲਾ ਹੋਇਆ ਹੁੰਦਾ। ਅਤੇ ਜਿਹੜਾ ਤੁਸੀਂ ਬੀਜ ਲੈਣਾ ਬੀਜੜ ਫਸਲ ਦੇ ਵਿੱਚੋਂ ਉਸ ਫਸਲ ਦੀ ਵੀ ਏਜ ਘੱਟੋ ਘੱਟ 8-9 ਮਹੀਨੇ ਦੀ ਹੋਣੀ ਚਾਹੀਦੀ ਆ। ਔਰ ਇਹਦੇ ਵਿੱਚ ਬਿਜਾਈ ਵੇਲੇ ਇੱਕ ਗੱਲ ਦਾ ਧਿਆਨ ਰੱਖਣਾ, ਆਪਾਂ ਅੱਖ ਨੂੰ ਬਚਾ ਕੇ ਰੱਖਣਾ। ਅਸੀਂ ਕਹਿੰਦੇ ਹਾਂ ਬਈ ਜਾਣੀ ਕਿ ਜਿਹੜਾ ਬੀਜ ਆ ਖੇਤ ਦੇ ਵਿੱਚ ਉਹ 32 ਤੋਂ ਲੈ ਕੇ 35 ਕੁਇੰਟਲ ਬੀਜ ਪੈਂਦਾ, ਠੀਕ ਹੈ ਜੀ। ਔਰ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਬਰੋਟਿਆਂ ਰਾਹੀਂ ਬਿਜਾਈ ਨਹੀਂ ਕਰਦੇ, ਉਹ ਸਿੱਧਾ ਹੀ ਗੰਨਾ ਬੀਜ ਦਿੰਦੇ ਆ। ਸਾਨੂੰ ਪੂਰੇ ਗੰਨਾ ਨਹੀਂ ਬੀਜਣਾ ਚਾਹੀਦਾ, ਸਾਨੂੰ ਬਿਜਾਈ ਜਿਹੜੀ ਹੈਗੀ ਆ ਉਹ ਬਰੋਟਿਆਂ ਰਾਹੀਂ ਕਰਨੀ ਚਾਹੀਦੀ ਆ। ਔਰ ਇੱਕ ਖੇਤ ਵਿੱਚ 60,000 ਜਿਹੜੀਆਂ ਅੱਖਾਂ ਹੈਗੀਆਂ ਉਹ ਜ਼ਰੂਰੀ ਹੋਣੀਆਂ ਚਾਹੀਦੀਆਂ। ਹਾਂ, ਅਤੇ ਸਾਨੂੰ ਬੀਜ, ਕਿਉਂਕਿ ਬੀਜ ਸਾਡੀ ਸਾਲ ਦੀ ਫਸਲ ਆ, ਠੀਕ ਹੈ ਜੀ। ਇਸ ਕਰਕੇ ਸਾਨੂੰ ਧਿਆਨ ਦੇਣਾ ਚਾਹੀਦਾ ਬੀਜ ਸਾਡਾ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਰਹਿਤ ਹੋਣਾ ਚਾਹੀਦਾ। ਔਰ ਜਦੋਂ ਵੀ ਅਸੀਂ ਗੰਨੇ ਦਾ ਬੀਜ ਲੈਣਾ, ਜਿਹੜਾ ਗੰਨੇ ਦਾ ਉੱਪਰਲਾ 2/3 ਹਿੱਸਾ ਉਹਨੂੰ ਅਸੀਂ ਵਰਤੋਂ ਦੇ ਵਿੱਚ ਲੈ ਕੇ ਆਉਣਾ। ਇੱਕ ਲਪਿੰਦਰ ਕੁਮਾਰ ਜੀ ਹੋਰ ਗੱਲ, ਅਸੀਂ ਜਦੋਂ ਗੰਨੇ ਦੀ ਬਿਜਾਈ ਕਰਦੇ ਹਾਂ ਸਾਨੂੰ ਧਿਆਨ ਰੱਖਣਾ ਚਾਹੀਦਾ, ਕੋਸ਼ਿਸ਼ ਕਰੋ ਕਿ ਅਸੀਂ ਖੇਤਾਂ ਦੀ ਅਦਲਾ ਬਦਲੀ ਕਰ ਲਈਏ। ਖੇਤਾਂ ਦੀ ਅਦਲਾ ਬਦਲੀ ਕਰਨ ਦੇ ਨਾਲ ਵੀ ਜਿਹੜੇ ਕੀੜੇ ਮਕੌੜੇ ਆ, ਸਾਡੇ ਨਦੀਨ ਜਿਹੜੇ ਹੈਗੇ ਆ ਉਹ ਵੀ ਕੁਛ ਹੱਦ ਤੱਕ ਕੰਟਰੋਲ ਹੋ ਜਾਂਦੇ ਆ। ਕੋਸ਼ਿਸ਼ ਕਰੋ ਕਿ ਜਿਸ ਖੇਤ ਵਿੱਚ ਰੱਤਾ ਰੋਗ ਜਾਂ ਬਿਮਾਰੀ ਜਾਂ ਕੋਈ ਕੀੜੇ ਮਕੌੜੇ ਦਾ ਜ਼ਿਆਦਾ ਅਟੈਕ ਹੋਵੇ ਉੱਥੇ ਤੁਸੀਂ ਦੁਬਾਰਾ ਗੰਨਾ ਨਾ ਬੀਜੋ। ਕੋਸ਼ਿਸ਼ ਤਾਂ ਇਹ ਕਰਨੀ ਚਾਹੀਦੀ ਹੈ ਕਿ ਜਿਸ ਖੇਤ ਵਿੱਚ ਤੁਸੀਂ ਗੰਨਾ ਬੀਜਿਆ ਉਸ ਖੇਤ ਵਿੱਚ ਤੁਸੀਂ ਹੋਰ ਫਸਲ ਬੀਜ ਲਓ। ਪਰ ਜੇ ਮਜਬੂਰੀ ਹੋਵੇ ਵੀ ਉਸੇ ਖੇਤ ਵਿੱਚ ਗੰਨਾ ਬੀਜਣਾ ਅਤੇ ਜਿਸ ਖੇਤ ਵਿੱਚ ਪਹਿਲਾਂ ਹੀ ਕੀੜੇ ਮਕੌੜੇ ਦਾ ਜਾਂ ਬਿਮਾਰੀ ਦਾ ਹਮਲਾ ਜ਼ਿਆਦਾ ਹੋਇਆ ਹੋਵੇ ਸਾਨੂੰ ਉੱਥੇ ਗੰਨਾ ਨਹੀਂ ਲਾਉਣਾ ਚਾਹੀਦਾ। ਸਾਨੂੰ 2-3 ਸਾਲਾਂ ਬਾਅਦ ਇੱਕ ਵਾਰੀ ਡੂੰਘੇ ਹਲ ਦੇ ਨਾਲ ਵਹਾਈ ਕਰ ਲੈਣੀ ਚਾਹੀਦੀ ਆ, ਕਿਉਂਕਿ ਡੂੰਘੇ ਹਲ ਨਾਲ ਵਹਾਈ ਕਰਨ ਦੇ ਨਾਲ ਜਿਹੜੀ ਸਾਡੀ ਜ਼ਮੀਨ ਦੇ ਵਿੱਚ ਸਖਤ ਲੇਅਰ ਬਣੀ ਹੁੰਦੀ ਆ ਉਹ ਟੁੱਟ ਜਾਂਦੀ ਆ। ਟੁੱਟਣ ਦੇ ਨਾਲ ਜਿਹੜੀਆਂ ਬੂਟੇ ਦੀਆਂ ਜੜ੍ਹਾਂ ਉਹ ਡੂੰਘੀਆਂ ਜਾਂਦੀਆਂ, ਡੂੰਘੀਆਂ ਜਾਣ ਦੇ ਨਾਲ ਜਿਹੜਾ ਬੂਟਾ ਉਹ ਤੱਤ ਥੱਲੇ ਤੋਂ ਜ਼ਮੀਨ ਦੇ ਵਿੱਚੋਂ ਲੈ ਸਕਦਾ ਹੈਗਾ। ਹੁਣ ਗੱਲ ਆਈ ਹੈ ਵੀ ਪਾਣੀ ਦਾ, ਕਣਕ ਝੋਨੇ ਦਾ ਫਸਲੀ ਚੱਕਰ ਆ, ਅਸੀਂ ਕਮਾਦ ਨੂੰ ਇੱਕ ਬਦਲਵੇਂ ਵਿਕਲਪ ਵਜੋਂ ਦੇਖ ਰਹੇ ਹਾਂ ਕਿ ਫਸਲੀ ਵਿਭਿੰਨਤਾ ਵੀ ਅਸੀਂ ਕਰਨੀ ਆ। ਪਾਣੀ ਦਾ ਪ੍ਰਬੰਧ ਕਿੰਨਾ ਕੁ ਸਾਨੂੰ ਕਰਨਾ, ਕਿੰਨੇ ਕੁ ਇਹਨੂੰ ਸਿੰਚਾਈਆਂ ਕਰਨ ਦੀ ਲੋੜ ਆ ਔਰ ਕਿਸ ਸਮੇਂ 'ਤੇ ਅਸੀਂ ਸਿੰਚਾਈ ਨੂੰ ਕੰਟਰੋਲ ਕਰਨਾ? ਸਾਨੂੰ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਜਦੋਂ ਗੰਨਾ ਝਾੜ ਕਰਦਾ ਉਦੋਂ ਸਾਨੂੰ ਧਿਆਨ ਰੱਖਣਾ ਚਾਹੀਦਾ, ਉਦੋਂ ਪਾਣੀ ਦਾ ਸੋਕਾ ਨਹੀਂ ਲੱਗਣਾ ਚਾਹੀਦਾ। ਉਦੋਂ ਸਾਨੂੰ ਆਣ ਕੇ ਕਈ ਵਾਰ ਹਫ਼ਤੇ ਬਾਅਦ ਵੀ ਪਾਣੀ ਲਾਉਣਾ ਪੈਂਦਾ। ਤੁਸੀਂ ਦੇਖੋ ਕਿ ਜ਼ਮੀਨ ਵਿੱਚ ਉਦੋਂ ਪੂਰੀ ਬੱਤਰ ਰਹੇ, ਜੇ ਉਦੋਂ ਸੋਕਾ ਪੈ ਜਾਵੇ ਤਾਂ ਉਹ ਝਾੜ 'ਤੇ ਅਸਰ ਕਰਦਾ ਹੈਗਾ ਜੀ। ਇਸ ਕਰਕੇ ਜਿਹੜੀ ਮੈਂ ਤੁਹਾਨੂੰ 2 ਕਤਾਰੀ ਖਾਲੀ ਵਿਧੀ ਦੀ ਗੱਲ ਕੀਤੀ ਆ, ਇਹਦੇ ਨਾਲ ਪਾਣੀ ਘੱਟ ਲੱਗਦਾ ਹੈਗਾ। ਸਾਨੂੰ ਜਿਹੜੀ 2 ਕਤਾਰੀ ਖਾਲੀ ਵਿਧੀ ਹੈਗੀ ਆ 120 ਸੈਂਟੀਮੀਟਰ 'ਤੇ ਜਿਹੜੀ ਯਾਨੀ ਕਿ ਆਪਾਂ ਸਿਆੜ ਤੋਂ ਸਿਆੜ ਦਾ ਫਾਸਲਾ ਰੱਖਦੇ ਹਾਂ, ਇਹ 'ਚ ਰੱਖਣੀ ਚਾਹੀਦੀ ਆ। ਇੰਨਾ ਹੀ ਪਾਣੀ ਦੀ ਬਚਤ ਕਰ ਸਕਦੇ ਕਾਫੀ। ਡਾਕਟਰ ਸਾਹਿਬ, ਆਮ ਤੌਰ 'ਤੇ ਆਇਆ ਵੀ ਬਹੁਤ ਸਾਰੇ ਕਿਸਾਨ ਵੀਰਾਂ ਨੇ ਇਹਨੂੰ ਅਪਣਾਇਆ ਵੀ ਹੈ ਔਰ ਖੇਤਾਂ 'ਚ ਕਰਕੇ ਵੀ ਦੇਖਿਆ ਕਿ ਡ੍ਰਿਪ ਇਰੀਗੇਸ਼ਨ, ਕਿ ਜੀ ਪਾਣੀ ਦੀ ਬੱਚਤ ਤੁਪਕਾ ਸਿੰਚਾਈ ਕਰੀਏ। ਫਲੱਡ ਇਰੀਗੇਸ਼ਨ ਦੇ ਨਾਲੋਂ ਜਿਹੜੀ ਤੁਪਕਾ ਸਿੰਚਾਈ ਵਿਧੀ ਆ ਇਹ ਕਿੰਨੀ ਕੁ ਕਾਰਗਰ ਆ ਕਮਾਦ ਦੇ ਵਿੱਚ? ਇਹ ਦੇਖੋ ਜੀ, ਸਾਡੇ ਸ਼ੂਗਰ ਮਿੱਲ ਏਰੀਆ ਭੋਗਪੁਰ ਦੇ ਵਿੱਚ ਅਤੇ ਸ਼ੂਗਰ ਮਿੱਲ ਏਰੀਆ ਨਕੋਦਰ ਵਾਲਿਆਂ ਨੇ ਆਪਣੇ ਫਾਰਮ 'ਤੇ ਜਿਹੜਾ ਹੈਗਾ ਇਹ ਲਾਈ ਹੋਈ ਆ। ਇਹਦੇ ਨਾਲ ਵੀ ਪਾਣੀ ਦੀ ਬਚਤ ਕਾਫੀ ਹੁੰਦੀ ਆ।
ਤੇ ਅਸੀਂ ਜੇ ਇਹ ਯਾਨੀ ਕਿ ਜਿਹੜੀ ਤੁਪਕਾ ਸਿੰਚਾਈ ਆ ਜੇ ਕਰਦੇ ਆ ਤਾਂ ਪਾਣੀ ਦੀ ਅਸੀਂ ਬਹੁਤ ਸਾਰੀ ਬਚਤ ਕਰ ਸਕਦੇ ਹਾਂ ਜੀ ਇਹਦੇ ਨਾਲ। ਸੋ ਇਹਦੇ ਬਾਰੇ ਆਪਣੇ ਕੋਈ ਸਹੂਲਤ ਵਿਭਾਗੀ ਕਿਸੇ ਵਿਭਾਗ ਕੋਲੋਂ ਇਹਦੇ ਬਾਰੇ ਕੋਈ ਸਬਸਿਡੀ, ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਇਹਦੇ ਬਾਰੇ ਪੁੱਛਦੇ ਨੇ ਕਿ ਜੀ ਵੀ ਤੁਪਕਾ ਸਿੰਚਾਈ ਅਗਰ ਅਪਣਾਉਣੀ ਆ ਇਹਦੇ ਬਾਰੇ ਖਰਚਾ ਜਾਂ ਇਹਦੇ ਬਾਰੇ ਕੋਈ ਸਹੂਲਤ ਕਿਸੇ ਵਿਭਾਗ ਦੇ ਬਾਰੇ। ਇਹ ਜੀ ਸਾਡਾ ਸੋਇਲ ਕੰਜ਼ਰਵੇਸ਼ਨ ਵਿਭਾਗ ਆ, ਜੀ ਉਹ ਸਬਸਿਡੀ ਦੇ ਰਿਹਾ। ਜੀ ਤੁਸੀਂ ਉਹਨਾਂ ਤਾਲਮੇਲ ਕਰਕੇ ਕਿਸਾਨ ਵੀਰ ਤੇ ਉੱਥੋਂ ਜਿਹੜੀ ਸਬਸਿਡੀ ਆ ਉਹ ਪ੍ਰਾਪਤ ਕਰ ਸਕਦੇ ਆ ਜੀ। ਜੀ 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 ਮਤਲਬ ਸਰਕਾਰੀ ਸਹੂਲਤ ਵੀ ਹੈ ਇੱਥੇ। ਹਾਂਜੀ, ਸੋ ਡਾਕਟਰ ਸਾਹਿਬ ਹੁਣ ਫਸਲ ਸਾਡੀ ਤਿਆਰ ਹੋ ਗਈ, ਕਮਾਦ ਦੀ ਫਸਲ ਤੇ ਕੀੜਿਆਂ ਨੇ ਵੀ ਹਮਲਾ ਕਰਨਾ ਔਰ ਬਿਮਾਰੀਆਂ ਵੀ ਆਉਣੀਆਂ। ਹੁਣ ਦੱਸੋ ਵੀ ਅਸੀਂ ਕੀੜੇ ਮਕੌੜਿਆਂ ਦੀ ਜਿਹੜੀ ਪਹਿਚਾਣ ਹੈ ਉਹ ਕਿਸ ਤਰ੍ਹਾਂ ਕਰਨੀ ਆ, ਔਰ ਜਿਹੜੇ ਬਿਮਾਰੀਆਂ ਆ ਉਹਨਾਂ ਦੀ ਕਿਹੜੀਆਂ ਬਿਮਾਰੀਆਂ ਔਰ ਉਹਨਾਂ ਦੀ ਰੋਕਥਾਮ ਕਿਸ ਤਰ੍ਹਾਂ ਕਰਨੀ ਆ। ਹਾਂ, ਅਸੀਂ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਕਈ ਵਾਰ ਆਪਾਂ ਜਿਨ੍ਹਾਂ ਖੇਤਾਂ ਵਿੱਚ ਸਿਉਂਕ ਦੀ ਪ੍ਰੋਬਲਮ ਹੁੰਦੀ ਆ ਨਾ, ਉੱਥੇ ਅਸੀਂ ਕੋਰਾਜਨ ਦੀ ਵਰਤੋਂ ਕਰ ਸਕਦੇ ਹਾਂ। 200 ml ਕੋਰਾਜਨ ਪੈਂਦੀ ਆ 400 ਲੀਟਰ ਪਾਣੀ 'ਚ ਘੋਲ ਕੇ ਸਿਆੜਾਂ ਦੇ ਉੱਪਰ ਫੁਆਰੇ ਨਾਲ ਹੀ ਸਪਰੇਅ ਕਰ ਸਕਦੇ ਹਾਂ ਜੀ, ਜਿਹੜੇ ਸਾਡੀਆਂ ਗੁੱਲੀਆਂ ਪਈਆਂ ਹੁੰਦੀਆਂ ਸਿਆੜਾਂ ਦੇ ਵਿੱਚ, ਅਤੇ ਉਹ ਸਿਉਂਕ ਦੀ ਜਿਹੜੀ ਹੈਗੀ ਆ ਉਹ ਰੋਕਥਾਮ ਹੋ ਜਾਂਦੀ ਆ। ਬਾਕੀ ਕਈ ਵਾਰ ਗੜੂਏ ਦੀ ਪ੍ਰੋਬਲਮ ਆ ਜਾਂਦੀ ਆ। ਗੜੂਏ ਦੇ ਲਈ ਸਾਨੂੰ ਜਿਹੜੀ ਆਪਣੇ ਰੀਜੈਂਟ ਹੈਗੀ ਆ ਉਹ 10 ਕਿਲੋ ਦੀ ਵਰਤੋਂ ਹੀ ਕਰ ਸਕਦੇ ਹਾਂ ਬਿਜਾਈ ਵੇਲੇ। ਸੋ ਡਾਕਟਰ ਸਾਹਿਬ ਜਿਹੜੇ ਆਪਾਂ ਗੱਲ ਕੀਤੀ ਵੀ ਬਿਮਾਰੀਆਂ ਔਰ ਉਸ ਤੋਂ ਬਾਅਦ ਕੀੜੇ ਮਕੌੜੇ ਹੋਰ ਉਹਨਾਂ ਦੇ ਮਤਲਬ ਕਿਸ ਤਰ੍ਹਾਂ ਦੇ ਹੋਰ ਕੀੜੇ ਮਕੌੜੇ ਆ ਸਕਦੇ ਆ। ਸਾਨੂੰ ਜਿਹੜੀ ਸਮੇਂ ਸਿਰ ਬਿਜਾਈ ਕਰਨੀ ਬੜੀ ਜ਼ਰੂਰੀ ਆ, ਕਿਉਂਕਿ ਜੇ ਅਸੀਂ ਸਮੇਂ ਸਿਰ ਬਿਜਾਈ ਨਹੀਂ ਕਰਦੇ ਤੇ ਉਹਦੇ ਨਾਲ ਕੀੜੇ ਮਕੌੜੇ ਵੱਧ ਹਮਲਾ ਕਰਦੇ ਆ। ਇੱਥੇ ਮੈਂ ਹੋਰ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ, ਸਾਡੀ ਜਿਹੜੀ CO 238 ਵੈਰਾਈਟੀ ਆ ਉਹ ਕਾਫੀ ਪੁਰਾਣੀ ਹੋ ਚੁੱਕੀ ਆ। ਇੱਦਾਂ ਹੀ ਹੋਰ ਵੈਰਾਈਟੀਆਂ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਹੈਗੀਆਂ, ਜਿੱਦਾਂ ਮੈਂ ਪਹਿਲਾਂ ਹੀ ਅਗੇਤੀਆਂ ਵੈਰਾਈਟੀਆਂ ਦੱਸੀਆਂ, ਯੂਨੀਵਰਸਿਟੀ ਨੇ ਨਵੀਆਂ ਵੈਰਾਈਟੀਆਂ ਕੱਢੀਆਂ, ਕਿਉਂਕਿ ਜਿੰਨੀ ਪੁਰਾਣੀ ਵੈਰਾਈਟੀ ਹੋ ਜਾਂਦੀ ਆ ਅਤੇ ਉਹਦੇ 'ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਵੱਧ ਹਮਲਾ ਹੁੰਦਾ। ਇਸ ਕਰਕੇ ਸਾਨੂੰ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੀਆਂ ਵੈਰਾਈਟੀਆਂ ਕੱਢੀਆਂ ਗਈਆਂ, ਨਵੀਆਂ ਕਿਸਮਾਂ ਕੱਢੀਆਂ ਗਈਆਂ, ਉਹਨਾਂ ਥੱਲੇ ਏਰੀਆ ਵਧਾਉਣਾ ਚਾਹੀਦਾ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਲਵਿੰਦਰ ਕੁਮਾਰ ਜੀ, ਇਹਦੇ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ ਆਪਾਂ ਸੁਚੱਜੇ ਢੰਗ ਨਾਲ ਜੇ ਕਰਨੀ ਹੋਵੇ, ਸਾਨੂੰ ਇੱਕੋ ਹੀ ਵੈਰਾਈਟੀ ਜਿਹੜੀ ਹੈਗੀ ਆ ਉਹ ਸਾਰੇ ਖੇਤਾਂ 'ਚ ਨਹੀਂ ਲਾਉਣੀ ਚਾਹੀਦੀ। ਜੀ ਸਾਨੂੰ 60-40 ਦੀ ਰੇਸ਼ੋ ਦੇ ਨਾਲ 60% ਜਿਹੜਾ ਹੈਗਾ ਸਾਨੂੰ ਅਗੇਤੀਆਂ ਥੱਲੇ ਅਤੇ 40% ਸਾਨੂੰ ਦਰਮਿਆਨੀਆਂ ਪਛੇਤੀਆਂ ਵੈਰਾਈਟੀਆਂ ਥੱਲੇ ਰਕਬਾ ਲੈ ਕੇ ਆਉਣਾ ਚਾਹੀਦਾ। ਜਿਹੜਾ 40% ਜਿਹੜਾ ਅਸੀਂ 60% ਯਾਨੀ ਕਿ ਅਗੇਤੀਆਂ ਕਿਸਮਾਂ ਵਿੱਚ ਲੈ ਕੇ ਆਉਣਾ, ਉਹਦੇ ਵਿੱਚੋਂ ਇੱਕ ਹਿੱਸਾ ਜਿਹੜਾ ਹੈਗਾ ਅਸੀਂ ਪੱਤਝੜ ਰੁੱਤ ਦੇ ਵਿੱਚ, 2 ਜਿਹੜੇ ਹਿੱਸੇ ਹੈਗੇ ਅਸੀਂ ਬਹਾਰ ਰੁੱਤ ਵਿੱਚ ਲੈ ਕੇ ਜਾਣੇ ਆ। ਜਿਹੜੇ 2 ਹਿੱਸੇ ਅਸੀਂ ਬਹਾਰ ਰੁੱਤ ਵਿੱਚ ਲੈ ਕੇ ਜਾਣੇ ਆ, ਉਹਦੇ ਵਿੱਚੋਂ ਇੱਕ ਹਿੱਸਾ ਅਸੀਂ ਬਿਜਾਈ ਕਰਨੀ ਆ, ਇੱਕ ਹਿੱਸਾ ਹੀ ਮੁੱਢਾ ਰੱਖਣਾ। ਇੱਦਾਂ ਹੀ ਜਿਹੜਾ 40% ਅਸੀਂ ਦਰਮਿਆਨੀਆਂ ਪਛੇਤੀਆਂ ਕਿਸਮਾਂ ਦੇ ਵਿੱਚ ਰੱਖਿਆ, ਉਹਨੂੰ ਅਸੀਂ ਬਹਾਰ ਰੁੱਤ ਵਿੱਚ ਲੈ ਕੇ ਜਾਣਾ, ਉਹਦੇ ਵਿੱਚੋਂ ਇੱਕ ਹਿੱਸੇ ਬਿਜਾਈ ਕਰਨੀ ਆ, ਇੱਕ ਹਿੱਸਾ ਹੀ ਮੁੱਢਾ ਰੱਖਣਾ। ਅਤੇ ਇਸ ਕਰਕੇ ਜੇ ਅਸੀਂ ਇਸ ਅਨੁਪਾਤ ਦੇ ਨਾਲ ਬਿਜਾਈ ਕੀਤੀ ਹੋਊਗੀ ਅਤੇ ਉਹਦੇ ਨਾਲ ਵੀ ਕੀੜੇ ਮਕੌੜਿਆਂ ਦੀ ਰੋਕਥਾਮ ਜਿਹੜੀ ਹੈਗੀ ਆ ਉਹ ਕਾਫੀ ਹੱਦ ਤੱਕ ਹੋ ਜਾਂਦੀ ਆ। ਕਿਉਂਕਿ ਇਹ ਜਦੋਂ ਕੋਈ ਇੱਕ ਕਿਸਮ ਨੂੰ ਕੀੜਾ ਪੈ ਜਾਂਦਾ, ਉਹਦਾ ਲਵਿੰਦਰ ਕੁਮਾਰ ਜੀ ਸੀਡ ਨਾ ਇੱਕਦਮ ਗੰਨੇ ਦਾ ਚੇਂਜ ਕਰਨਾ ਬੜਾ ਔਖਾ ਹੋ ਜਾਂਦਾ। ਠੀਕ ਹੈ ਨਾ, ਇਸ ਕਰਕੇ ਸਾਨੂੰ ਇਸ ਅਨੁਪਾਤ ਦੇ ਨਾਲ ਹੀ ਗੰਨੇ ਦੀ ਬਿਜਾਈ ਕਰਨੀ ਚਾਹੀਦੀ ਆ। ਸੋ ਡਾਕਟਰ ਸਾਹਿਬ ਆਮ ਕਿਸਾਨ ਦੇਖਦੇ ਨੇ ਫਸਲ ਦੇ ਵਿੱਚ ਕਿ ਜੀ ਫਸਲ ਦੇ ਵਿੱਚ ਬਿਮਾਰੀ ਆ ਗਈ ਹੈ ਜਾਂ ਕੀੜਾ ਆ ਗਿਆ, ਕਿਸ ਤਰ੍ਹਾਂ ਪਹਿਚਾਣ ਕਿਸ ਤਰ੍ਹਾਂ ਕਰਨੀ ਆ ਕਿ ਵੀ ਕਿਸਾਨ ਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਜੀ ਬਿਮਾਰੀ ਦਾ ਹਮਲਾ ਹੋ ਗਿਆ ਵੀ ਇਹ ਕੀੜਾ ਆ ਗਿਆ। ਮੈਂ ਕਈ ਵਾਰ ਜਿਹੜੇ ਕਿਸਾਨ ਵੀਰ ਆ ਉਹ ਥੋੜ੍ਹੀਆਂ ਜਿਹੀਆਂ ਰੇਤਲੀਆਂ ਜ਼ਮੀਨਾਂ ਦੇ ਵਿੱਚ ਕਮਾਦ ਦੀ ਕਾਸ਼ਤ ਕਰ ਦਿੰਦੇ ਆ। ਠੀਕ ਹੈ ਜੀ, ਉੱਥੇ ਮੈਂ ਕਹਿੰਦਾ ਵੀ ਕਈ ਵਾਰ ਉੱਥੇ ਲੋਹੇ ਦੀ ਘਾਟ ਆ ਜਾਂਦੀ ਆ, ਉੱਥੇ ਅਸੀਂ ਫੈਰਸ ਸਲਫੇਟ ਦੀ ਸਪਰੇਅ ਕਰ ਸਕਦੇ ਹਾਂ ਜੀ। ਉਹ ਜਿਹੜੀ ਲੋਹੇ ਦੀ ਘਾਟ ਆਉਂਦੀ ਆ ਉਹ ਨਵੇਂ ਪੱਤਿਆਂ 'ਤੇ ਆਉਂਦੀ ਆ। ਪਹਿਲਾਂ ਪੱਤੇ ਪੀਲੀਆਂ ਧਾਰੀਆਂ ਪੈਣ ਲੱਗ ਪੈਂਦੀਆਂ, ਜਦੋਂ ਜ਼ਿਆਦਾ ਯਾਨੀ ਕਿ ਨਾ ਕੀ ਆ ਉਹਦੀ ਘਾਟ ਹੋ ਜਾਂਦੀ ਤਾਂ ਪੱਤਾ ਸਾਡਾ ਚਿੱਟਾ ਹੋ ਜਾਂਦਾ। ਠੀਕ ਹੈ ਜੀ, ਨਿਸ਼ਾਨੀਆਂ ਇਹ। ਅਤੇ ਇਸ ਕਰਕੇ ਸਾਨੂੰ ਪਾਣੀ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ। ਰੇਤਲੀਆਂ ਜ਼ਮੀਨਾਂ ਦੇ ਵਿੱਚ ਲੋਹੇ ਦੀ ਘਾਟ ਆਉਂਦੀ ਆ ਤਾਂ ਸਾਨੂੰ ਉੱਥੇ ਫੈਰਸ ਸਲਫੇਟ ਦੀ ਸਪਰੇਅ ਜਿਹੜੀ ਹੈਗੀ ਆ ਸਮੇਂ ਸਿਰ ਕਰ ਦੇਣੀ ਚਾਹੀਦੀ ਆ। ਅਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਹੋਰ ਬਿਮਾਰੀਆਂ ਦੀ, ਜਿੱਦਾਂ ਹੁਣ ਜਿਹੜੀ ਅਸੀਂ ਦੇਖਿਆ 238 'ਤੇ ਇੱਕ ਪੋਕਾ ਵਿਊਂਗ ਬਿਮਾਰੀ ਜਿਹੜੀ ਹੈਗੀ ਆ ਉਹ ਆ ਰਹੀ ਆ। ਠੀਕ ਹੈ ਜੀ, ਅਤੇ ਸਮੱਟ ਦਾ ਵੀ ਦੇਖਿਆ ਗਿਆ ਥੋੜ੍ਹਾ ਜਿਹਾ ਅਸਰ। ਠੀਕ ਹੈ ਜੀ, ਅਸੀਂ ਕਹਿੰਦੇ ਹਾਂ ਵੀ ਉਹੀ ਸਮੇਂ ਸਿਰ ਬਿਜਾਈ ਔਰ ਬੀਜ ਨੂੰ ਸੋਧ ਕੇ, ਇਹ ਬੜਾ ਜ਼ਰੂਰੀ ਆ। ਜੇ ਅਸੀਂ ਯਾਨੀ ਕਿ ਸਮੇਂ ਸਿਰ ਸੋਧ ਲਈਏ ਤਾਂ ਇਹ ਜਿਹੜੀਆਂ ਬਿਮਾਰੀਆਂ ਹੈਗੀਆਂ, ਜਾਂ ਮੈਂ ਸੀਡ ਦੀ ਗੱਲ ਕੀਤੀ ਆ ਕਿ ਸੀਡ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਲੈਣਾ ਚਾਹੀਦਾ। ਜਿਹੜਾ ਸੀਡ ਸਾਡੀਆਂ ਜਿਹੜੀਆਂ ਸ਼ੂਗਰ ਮਿੱਲਾਂ ਹੈਗੀਆਂ, ਉਹਨਾਂ ਨੇ ਆਪਣੇ ਫਾਰਮਾਂ 'ਤੇ ਸੀਡ ਬੀਜਿਆ ਹੋਇਆ, ਉਹਨਾਂ ਨੇ ਕਿਸਾਨਾਂ ਦੇ ਖੇਤਾਂ ਵਿੱਚ ਵੀ ਨਰਸਰੀਆਂ ਤਿਆਰ ਕਰਵਾਈਆਂ ਹੋਈਆਂ। ਤੁਸੀਂ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਉਹ ਆਪਣੇ ਜਿਹੜੇ ਸ਼ੂਗਰ ਮਿੱਲਾਂ ਹੈਗੀਆਂ ਉਹਨਾਂ ਨਾਲ ਤਾਲਮੇਲ ਕਰਕੇ
ਉਹਨਾਂ ਦੇ ਕੋਲੋਂ ਬੀਜ ਜਿਹੜਾ ਹੈਗਾ ਉਹ ਲੈ ਸਕਦੇ ਆ, ਜਿਹਦੇ ਨਾਲ ਬਿਮਾਰੀਆਂ ਤੋਂ ਔਰ ਕੀੜੇ ਮਕੌੜਿਆਂ ਤੋਂ ਕਾਫੀ ਹੱਦ ਤੱਕ ਆਪਾਂ ਨੂੰ ਰਾਹਤ ਮਿਲ ਸਕਦੀ ਆ। ਡਾਕਟਰ ਸਾਹਿਬ, ਜਿਹੜੀ ਆਪਣੀ ਹੁਣ ਮੌਜੂਦਾ ਫਸਲ ਖੜੀ ਹੈ ਕਮਾਦ ਦੀ, ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਆ ਸਕਦੀਆਂ ਜਾਂ ਉਹਦੇ ਵਿੱਚ ਕਿਸ ਤਰ੍ਹਾਂ ਦਾ ਸਾਨੂੰ ਪ੍ਰਬੰਧ ਕਰਨਾ ਚਾਹੀਦਾ? ਸਾਨੂੰ ਇਸ ਵੇਲੇ ਸਤੰਬਰ ਦਾ ਮਹੀਨਾ ਜਾ ਰਿਹਾ, ਸਾਨੂੰ ਗੰਨੇ ਨੂੰ ਡਿੱਗਣ ਤੋਂ ਬਚਾਉਣ ਦੇ ਲਈ ਗੰਨੇ ਦੇ ਮੂਹੇ ਬੰਨਣੇ ਬੜੇ ਜ਼ਰੂਰੀ ਆ। ਬਣਾਈ ਗੰਨੇ ਦੀ ਕਰ ਦੇਣੀ ਚਾਹੀਦੀ ਆ, ਕਿਉਂਕਿ ਜੇ ਅਸੀਂ ਗੰਨੇ ਦੀ ਬਣਾਈ ਨਹੀਂ ਕਰਦੇ ਤਾਂ ਉਹਦੇ ਨਾਲ ਗੰਨਾ ਡਿੱਗ ਪੈਂਦਾ, ਝਾੜ ਘਟਦਾ, ਸਾਡਾ ਰਿਕਵਰੀ ਵੀ ਘਟਦੀ ਆ। ਅਸੀਂ ਕਹਿੰਦੇ ਵੀ ਝਾੜ ਵੀ ਕਿਸਾਨ ਨੂੰ ਪੂਰਾ ਮਿਲੇ ਅਤੇ ਰਿਕਵਰੀ ਵੀ ਜਿਹੜੀ ਹੈਗੀ ਆ, ਖੰਡ ਦੀ ਮਾਤਰਾ ਵੀ ਗੰਨੇ 'ਚ ਪੂਰੀ ਰਹੇ। ਅਤੇ ਬਾਕੀ ਇੱਕ ਹੋਰ ਗੱਲ, ਮੈਂ ਜਿੱਦਾਂ ਪਹਿਲਾਂ ਤੁਹਾਡੇ ਖਾਦਾਂ ਬਾਰੇ ਗੱਲ ਕੀਤੀ ਆ, ਜਿਹੜੀ ਆਪਾਂ ਖਾਦ ਕਮਾਦ ਨੂੰ ਪਾਉਣੀ ਆ ਉਹ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਪਾ ਦੇਣੀ ਆ। ਬਰਸਾਤਾਂ ਦੇ ਵਿੱਚ ਖਾਦ ਨਹੀਂ ਪਾਉਣੀ। ਬਹੁਤ ਸਾਰੇ ਕਿਸਾਨ ਭਰਾ ਜਿਹੜੇ ਹੈਗੇ ਆ ਉਹ ਬਰਸਾਤਾਂ ਵਿੱਚ ਵੀ ਖਾਦ ਪਾਈ ਜਾਂਦੇ ਆ, ਕਿਉਂਕਿ ਉਹਦਾ ਕੋਈ ਪਾਉਣ ਦਾ ਫਾਇਦਾ ਨਹੀਂ। ਜਦੋਂ ਸਾਡਾ ਗੰਨਾ ਝਾੜ ਕਰਦਾ ਅਸੀਂ ਉਦੋਂ ਹੀ ਖਾਦ ਪਾਉਣੀ ਆ। ਅਸੀਂ ਜਦੋਂ ਸਾਡਾ ਗੰਨਾ ਵਾਧੇ 'ਤੇ ਹੁੰਦਾ ਉਦੋਂ ਸਾਨੂੰ ਖਾਦ ਪਾਉਣ ਦੀ ਕੋਈ ਲੋੜ ਨਹੀਂ ਹੈਗੀ, ਠੀਕ ਹੈ ਜੀ। ਇਸ ਕਰਕੇ ਜੇ ਅਸੀਂ ਖਾਦ ਨਾਈਟ੍ਰੋਜਨ ਮਾਤਰਾ ਜ਼ਿਆਦਾ ਪਾ ਦਿੰਦੇ ਆ, ਉਹਦੇ ਨਾਲ ਸਾਡੀ ਫਸਲ ਦਾ ਫਲਾਟ ਜ਼ਿਆਦਾ ਹੋ ਜਾਂਦਾ। ਫਲਾਟ ਜ਼ਿਆਦਾ ਹੋਣ ਦੇ ਨਾਲ ਉੱਤੇ ਵੀ ਕੀੜੇ ਮਕੌੜੇ ਦੇ ਬਿਮਾਰੀਆਂ ਦਾ ਵੱਧ ਹਮਲਾ ਹੁੰਦਾ ਅਤੇ ਫਸਲ ਸਾਡੀ ਕਈ ਵਾਰ ਡਿੱਗ ਵੀ ਪੈਂਦੀ ਹੈ ਜੀ ਉਹ। ਇਸ ਕਰਕੇ ਸਾਨੂੰ ਖਾਦ ਵੀ ਜਿਹੜੀ ਹੈਗੀ ਆ, ਜੋ ਸਿਫਾਰਿਸ਼ ਕੀਤੀ ਆ ਉਹਦੇ ਅਨੁਸਾਰ ਹੀ ਪਾਉਣੀ ਚਾਹੀਦੀ ਆ ਜੀ। ਸੋ ਡਾਕਟਰ ਸਾਹਿਬ, ਜਦੋਂ ਵੀ ਅਸੀਂ ਕਿਸੇ ਨਵੇਂ ਫਸਲੀ ਵਿਭਿੰਨਤਾ ਦੇ ਜਿਹੜੀ ਆ ਫਸਲ ਦੀ ਗੱਲ ਕਰਦੇ ਹਾਂ, ਸਾਡੇ ਧਿਆਨ 'ਚ ਸਭ ਤੋਂ ਪਹਿਲੀ ਗੱਲ ਆਉਂਦੀ ਵੀ ਵਿਭਾਗੀ ਸਹੂਲਤਾਂ। ਵਿਭਾਗੀ ਸਹੂਲਤਾਂ, ਮਾਹਿਰਾਂ ਦੀ ਰਾਏ, ਤੁਹਾਡੇ ਵਿਭਾਗ ਦੇ ਵੱਲੋਂ ਗੰਨੇ ਦੀ ਜਿਹੜੀ ਖੇਤੀ ਨੂੰ ਵਧਾਉਣ ਵਾਸਤੇ ਅਤੇ ਕੀ ਸਹੂਲਤਾਂ ਨੇ ਕਿਸਾਨਾਂ ਦੇ ਲਈ? ਹਾਂ, ਇਹਦੇ ਵਾਸਤੇ ਅਸੀਂ ਤਕਨੀਕੀ ਜਾਣਕਾਰੀ ਜਿਹੜੀ ਹੈਗੀ ਆ ਮਿਲਾਂ ਨਾਲ ਮਿਲ ਕੇ ਕਿਸਾਨਾਂ ਨੂੰ ਦੇ ਰਹੇ ਹਾਂ ਜੀ, ਠੀਕ ਹੈ ਜੀ। ਅਤੇ ਬਾਕੀ ਗੰਨੇ ਦਾ ਜਿਹੜਾ ਹੈਗਾ, ਮਿਲਾਂ ਨੇ ਉਹ ਸਰਵੇ ਕਰ ਲਿਆ। ਸਰਵੇ ਕਰਨ ਤੋਂ ਬਾਅਦ ਜਿੰਨਾ ਉਹਨਾਂ ਦੇ ਏਰੀਏ 'ਚ ਗੰਨਾ ਸੀ, ਜਿੰਨੇ ਵੀ ਉਹਨਾਂ ਦੇ ਨੋਟੀਫਾਈਡ ਪਿੰਡ ਸੀ, ਉਹਨਾਂ ਨੇ ਸਰਵੇ ਕਰ ਲਿਆ। ਸਰਵੇ ਤੋਂ ਬਾਅਦ ਉਹਨਾਂ ਨੇ ਹੁਣ ਗੰਨਾ ਵਾਂਡ ਕਰਨਾ। ਜੇ ਕਿਸੇ ਜ਼ਿਮੀਂਦਾਰ ਭਰਾ ਦਾ ਸਰਵੇ ਹੋਣ ਤੋਂ ਰਹਿ ਗਿਆ ਹੋਵੇ, ਉਹ ਜ਼ਰੂਰ ਮਿਲ ਨਾਲ ਕੰਟੈਕਟ ਕਰਕੇ ਆਪਣਾ ਸਰਵੇ ਕਰਵਾ ਲੈਣ, ਕਿਉਂਕਿ ਸਰਵੇ ਤੋਂ ਬਾਅਦ ਫੇਰ ਹੀ ਵਾਂਡ ਹੋਣਾ ਹੈਗਾ ਜੀ। ਜੀ। ਸੋ ਖੇਤੀ ਮਾਹਿਰਾਂ ਦੀ ਰਾਏ ਔਰ ਗੰਨਾ ਮਿੱਲਾਂ ਦੇ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਇੱਕ ਮੇਰੇ ਦਿਮਾਗ 'ਚ ਸਵਾਲ ਆਇਆ ਵੀ ਆਮ ਇਹ ਧਾਰਨਾ ਹੈ ਕਿ ਜੀ ਵੀ ਗੰਨੇ ਦਾ ਮਤਲਬ ਖੰਡ ਬਣ ਰਹੀ ਆ। ਮੰਡੀਕਰਨ ਦੀ ਜੇ ਆਪਾਂ ਗੱਲ ਕਰੀਏ, ਹੋਰ ਗੰਨੇ ਤੋਂ ਆਪਾਂ ਕਿਹੜੇ ਪ੍ਰੋਡਕਟ ਬਣਾ ਸਕਦੇ ਹਾਂ? ਗੰਨੇ ਤੋਂ ਆਪਾਂ ਗੁੜ ਆ, ਗੁੜ ਜੇ ਆਣ ਕੇ ਨਾਂ ਕੀ ਆ, ਬਹੁਤ ਵਧੀਆ ਆਣ ਕੇ ਦੇਖੋ। ਅੱਜ ਦੇ ਸਮੇਂ ਵਿੱਚ ਸਾਨੂੰ ਖੁਰਾਕੀ ਤੱਤ ਪੂਰੇ ਕਰਨ ਵਾਸਤੇ ਜਿਹੜਾ ਸਾਡਾ ਗੁੜ ਆ, ਗੁੜ ਵਿੱਚ ਬੜੇ ਖੁਰਾਕੀ ਤੱਤ ਪੂਰੇ ਆਪਣੇ ਹੁੰਦੇ ਆ ਜੀ। ਔਰ ਮੈਂ ਕਹਿੰਦਾ ਵੀ ਹਰੇਕ ਕਿਸਾਨ ਨੂੰ ਆਪਣੇ ਘਰ ਦਾ ਗੁੜ ਜ਼ਰੂਰ ਕੱਢਣਾ ਚਾਹੀਦਾ। ਸਾਨੂੰ ਆਪਾਂ ਜਿਹੜਾ ਹੈਗਾ ਉਹ ਗੁੜ ਤਿਆਰ ਕਰ ਸਕਦੇ ਹਾਂ ਜੀ ਇਹਦੇ ਵਾਸਤੇ, ਠੀਕ ਹੈ ਜੀ। ਹੁਣ ਕਈ ਮੈਂ ਇਹੋ ਜਿਹੇ ਬੰਦੇ ਦੇਖੇ ਆ ਕਿ ਉਹ ਆਣ ਕੇ ਨਾਂ ਕੀ ਆ, ਸੜਕ 'ਤੇ ਕਈਆਂ ਨੇ ਰਸ ਵਾਲੇ ਬੇਲਣੇ ਲਾਏ ਹੋਏ ਆ। ਉਹ ਰਸ ਵਾਲੇ ਬੇਲਣੇ ਔਰ ਲਾ ਕੇ ਉਹ ਆਣ ਕੇ ਆਪਣਾ ਸਾਰਾ ਰੋਜੀ ਰੋਟੀ ਦਾ ਕੰਮ ਕਰ ਰਹੇ ਆ ਜੀ। ਉਹ ਇਹ ਮੇਨ ਦੋ ਆ, ਰਸ ਵਾਲੇ ਔਰ ਗੁੜ ਵਾਲਾ ਜਿਹੜਾ ਹੈਗਾ ਜੀ। ਅਤੇ ਆਪਾਂ ਗੁੜ ਤਾਂ ਜ਼ਰੂਰ ਕਿਸਾਨ ਨੂੰ ਬਣਾਉਣਾ ਚਾਹੀਦਾ, ਵੈਸੇ ਘਰੇਲੂ ਗੁੜ ਤਾਂ ਜ਼ਰੂਰ ਬਣਾਉਣਾ ਚਾਹੀਦਾ ਜੀ। ਸੋ ਸਹੂਲਤਾਂ ਬਹੁਤ ਨੇ, ਮਾਹਿਰਾਂ ਦੀ ਰਾਏ ਜਿਹੜੀ ਸਮੇਂ-ਸਮੇਂ 'ਤੇ ਦਿੱਤੀ ਜਾਂਦੀ ਆ, ਉਹ ਵੀ ਇੱਕ ਬਹੁਤ ਅਹਿਮ ਪਹਿਲੂ ਆ ਖੇਤੀਬਾੜੀ ਦੇ ਵਿੱਚ। ਅਗਰ ਅਸੀਂ ਫਸਲੀ ਵਿਭਿੰਨਤਾ ਵੱਲ ਜਾਂਦੇ ਹਾਂ, ਕਮਾਦ ਦੀ ਕਾਸ਼ਤ ਕਰਦੇ ਹਾਂ, ਬਹੁਤ ਸਾਰੀਆਂ ਸਹੂਲਤਾਂ ਸਾਡੇ ਕੋਲ ਨੇ ਵਿਭਾਗ ਦੀਆਂ। ਖੰਡ ਮਿੱਲਾਂ ਦੇ ਨਾਲ ਸੰਪਰਕ ਕਰਕੇ ਜਾਂ ਅਸੀਂ ਆਪਣੀ ਪੱਧਰ 'ਤੇ ਗੁੜ ਤਿਆਰ ਕਰਕੇ ਜਿਹੜਾ ਆ ਇਹਦਾ ਵਧੀਆ ਮੰਡੀਕਰਨ ਕਰ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ।